अस्सलाम वालेकुम, सत श्री अकाल और नमस्कार दोस्तों। मैं अहमद रज़ा। ਪੰਜਾਬੀ ਪ੍ਰਚਾਰ ਦੀਆਂ ਵੀਡੀਓਜ਼ ਦੇ ਅੰਦਰ ਤੁਸੀਂ ਮੁxtਲਿਫ ਇੱਥੇ ਜਿਹੜੇ ਆਪਣੇ ਯਾਤਰੀ ਹਨ ਉਹਨਾਂ ਦੇ ਨਾਲ ਇੰਟਰਵਿਊਜ਼ ਦੇਖਦੇ ਹੋ। ਇਹ ਬੜਾ ਹੀ ਘੱਟ ਹੋਇਆ ਹੈ ਕਿ ਕੋਈ ਸ਼ਖਸ ਇੱਥੇ ਆਏ ਤੇ ਉਹ ਇੱਥੇ 5-7 ਦਿਨ ਰਵੇ ਔਰ ਉਹਨਾਂ ਨਾਲ ਫਿਰ ਅਸੀਂ ਡਿਟੇਲ ਦੇ ਵਿੱਚ ਗੱਲ ਕਰੀਏ। ਤੇ ਖੁਸ਼ਕਿਸਮਤੀ ਨਾਲ ਜਿਹੜੇ ਪੰਜਾਬੀ ਪ੍ਰਚਾਰ ਦੀ ਵੀਡੀਓਜ਼ ਦੇਖ ਕੇ ਸਾਡੇ ਮਿੱਤਰ ਬਣੇ, ਸਾਡੀ ਇੱਕ ਸਾਂਝ ਬਣੀ ਔਰ ਸਾਂਝ ਉਹ ਪੰਜਾਬੀਅਤ ਦੀ ਹਮੇਸ਼ਾ ਹੁੰਦੀ ਹੈ। ਇਹੀ ਬੜੀ ਵੱਡੀ ਸਾਂਝ ਹੈ। ਤੇ ਕੁਛ ਲੋਕ ਟਰਸਟ ਕਰਦੇ ਹਨ, ਉਹ ਪਹਿਲੇ ਡਰਦੇ ਰਹਿੰਦੇ ਹਨ, ਫਿਰ ਉਹ ਇਹਨਾਂ ਵੀਡੀਓਜ਼ ਦੇਖ ਕੇ ਉਹਨਾਂ ਦਾ ਹੌਸਲਾ ਹੁੰਦਾ ਹੈ ਕਿ ਸਾਨੂੰ ਪੰਜਾਬ ਜਾਣਾ ਚਾਹੀਦਾ ਹੈ, ਲਹਿੰਦੇ ਪੰਜਾਬ ਜਾਣਾ ਚਾਹੀਦਾ। ਸੋ ਬਹੁਤ ਲੋਕ ਕੰਟੈਕਟ ਕਰਦੇ ਹਨ ਅਤੇ ਸੱਚੀ ਗੱਲ ਹੈ ਕਿ ਕਈਆਂ ਲੋਕਾਂ ਨੂੰ ਅਸੀਂ ਉਵੇਂ ਟਾਈਮ ਨਾ ਦੇਣ ਦੀ ਇਹ ਪਹਿਲੇ ਅਸੀਂ ਮਾਫੀ ਮੰਗ ਲੈਂਦੇ ਹੁੰਦੇ ਹਾਂ, ਕਿਉਂਕਿ ਤੁਸੀਂ ਜਦੋਂ ਕਮਿਟਮੈਂਟ ਕਰ ਲੈਂਦੇ ਹੋ ਤਾਂ ਫਿਰ ਤੁਹਾਨੂੰ ਕਮਿਟਮੈਂਟ ਪੂਰੀ ਕਰਨੀ ਹੁੰਦੀ ਹੈ। ਕਰਤਾਰਪੁਰ ਦੇ ਅੰਦਰ ਮੁਲਾਕਾਤ ਹੋਈ ਸੀ ਅੱਜ ਤੋਂ 3.5 ਸਾਲ ਪਹਿਲੇ ਇਹਨਾਂ ਦੋਨਾਂ ਜੀਆਂ ਦੇ ਨਾਲ, ਔਰ ਉਹ ਕਰਤਾਰਪੁਰ ਦੀ ਮੁਲਾਕਾਤ ਦੇ ਅੰਦਰ ਕੁਝ ਐਸਾ ਹੈ ਸੀ ਕਿ ਉਸ ਤੋਂ ਬਾਅਦ ਇਹ ਇੰਝ ਲੱਗੇ ਜਿਵੇਂ ਘਰ ਦੇ ਜੀ ਹਨ ਅਤੇ ਮੁਸਲਸਲ ਰਾਬਤਾ ਰਹੀ ਹੈ। ਹਫਤਾ 10 ਦਿਨ ਸ਼ਾਇਦ ਕੋਈ ਵੱਧ ਵਿੱਥ ਪਈ ਹੋਵੇ ਅਤੇ 1 ਮਹੀਨਾ ਵਿੱਥ ਪਈ ਹੋਵੇ ਅਤੇ 1 ਮਹੀਨੇ ਦੇ ਅੰਦਰ ਸਾਡਾ ਕੰਟੈਕਟ ਲਾਜ਼ਮੀ ਹੁੰਦਾ ਸੀ। ਸੋ ਇਹਨਾਂ ਨੇ ਆਉਣ ਦਾ ਫੈਸਲਾ ਕੀਤਾ ਪਾਕਿਸਤਾਨ ਦੇ ਅੰਦਰ, ਪੰਜਾਬ ਦੇ ਅੰਦਰ, ਅਤੇ ਅੱਜ ਹੁਣ ਇਹਨਾਂ ਦੀ ਤਿਆਰੀ ਹੈ। ਕੱਲ੍ਹ ਇਹਨਾਂ ਨੇ ਇੱਥੋਂ ਚਲੇ ਜਾਣਾ ਹੈ। 16 ਦਿਨ ਇਹ ਲੋਕ ਮੇਰੇ ਨਾਲ ਰਹੇ ਅਤੇ ਜਾਣਦੇ ਹਾਂ ਪਹਿਲੇ ਬਹਿਨ ਜੀ ਗੁਰਜਨ ਕੌਰ ਉਹਨਾਂ ਤੋਂ ਕਿ ਜ਼ਿਹਨ 'ਚ ਕੀ ਸੀ ਪਾਕਿਸਤਾਨ ਆਉਂਦਿਆਂ ਆਉਂਦਿਆਂ ਇੰਨੀ ਉਮਰ ਲੰਘਾ ਦਿੱਤੀ। ਵੈਸੇ ਮੈਂ ਇਸ ਲਈ ਨਹੀਂ ਕਹਿ ਰਿਹਾ ਕਿ ਇਹਨਾਂ ਦੀ ਉਮਰ ਕੁਝ ਜ਼ਿਆਦਾ ਹੈ, ਜਿੰਨੀ ਹੈ ਉਹ ਉਮਰ ਲੰਘਾ ਦਿੱਤੀ ਅਤੇ ਫਿਰ ਫਾਈਨਲੀ ਇਹ ਫੈਸਲਾ ਕਰ ਲਿਆ ਕਿ ਹੁਣ ਅਸੀਂ ਜਾਣਾ ਹੈ। ਇਹ ਫੈਸਲਾ ਕਰਨ ਦੇ ਪਿੱਛੇ ਕੀ ਕਿਤਨੀ ਲੰਬਾ ਸਫ਼ਰ ਹੈ, ਇਹ ਦੱਸੋ। ਰਜ਼ਾ ਜੀ, ਬਹੁਤ ਲੰਮਾ ਸਫ਼ਰ ਹੈ। ਲੰਮਾ ਸਫ਼ਰ ਇਸ ਕਰਕੇ ਹੈ ਕਿ ਬਹੁਤ ਚੀਜ਼ਾਂ ਹੁੰਦੀਆਂ ਨੇ ਜਿੰਨੀਆਂ ਖਾਸ ਮੌਕੇ 'ਤੇ ਹੀ ਹੋਣੀਆਂ ਹੁੰਦੀਆਂ। ਚਾਹੇ ਅਸੀਂ ਕਿੰਨੀ ਵਾਰੀ ਗੱਲਾਂ ਸੁਣਦੇ ਸੀ ਆਪਣੇ ਘਰਦਿਆਂ ਤੋਂ, ਖਾਸ ਤੌਰ 'ਤੇ ਆਪਣੇ ਪਿਤਾ ਜੀ ਤੋਂ, ਆਪਣੀ ਮਾਤਾ ਤੋਂ, ਆਪਣੀ ਦਾਦੀ ਤੋਂ, ਕਿ ਪਾਕਿਸਤਾਨ ਤੋਂ ਅਸੀਂ ਆਏ ਹਾਂ, ਸਾਡਾ ਉੱਥੇ ਘਰ ਸੀ, ਸਾਡੇ ਉੱਥੇ ਮੁਰੱਬੇ ਸੀ, ਸਾਡੇ ਉੱਥੇ ਘੋੜੀ ਸੀ, ਮੇਰੇ ਬਾਪ ਨੇ ਇੱਥੇ ਜ਼ਿਲ੍ਹੇਦਾਰ ਬਣ ਜਾਣਾ ਸੀ, ਹੈ ਨਾ। ਇਹੋ ਜਿਹੀਆਂ ਗੱਲਾਂ, ਕਦੀ ਕੁਝ ਚੰਗੀਆਂ ਅਤੇ ਕੁਝ ਦੁਖਾਂਤ ਦੀਆਂ ਅਤੇ ਕੁਝ ਯਾਦਾਂ ਵਾਲੀਆਂ। ਤਾਂ ਫਿਰ ਮੇਰੇ ਪਿਤਾ ਜੀ ਨੇ ਆਪਣੀਆਂ ਯਾਦਾਂ ਲਿਖੀਆਂ, ਜਿਹਦਾ ਮੈਂ ਸੰਪਾਦਿਤ ਕੀਤੀਆਂ ਮੇਰੇ ਜੀਵਨ ਦੀਆਂ ਯਾਦਾਂ ਦੇ ਨਾਂ ਹੇਠ। ਅਤੇ ਜਦੋਂ ਉਹ ਕਿਤਾਬ ਸੰਪਾਦਿਤ ਕਰਦਿਆਂ ਮੈਂ ਇਹਦੇ ਬਾਰੇ ਹੋਰ ਪੜ੍ਹਿਆ ਤਾਂ ਉਸ ਕਿਤਾਬ ਨੂੰ ਮੈਂ ਕਿਹਾ ਕਿ ਇਹ ਤੁਹਾਡੀ ਯਾਦਾਂ ਨਹੀਂ ਹੈਗੀਆਂ, ਇਹ ਇੱਕ ਇਤਿਹਾਸਿਕ ਦਸਤਾਵੇਜ਼ ਨੇ। ਅਤੇ ਉਦੋਂ ਮਨ ਦੇ ਵਿੱਚ ਸੀਗਾ ਕਿ ਅਸੀਂ ਵੀ ਕਦੀ ਉੱਥੇ ਜ਼ਰੂਰ ਜਾਈਏ। ਅਤੇ ਜਦੋਂ ਮੇਰੇ ਪਿਤਾ ਜੀ ਇੱਥੋਂ ਹੋ ਕੇ ਗਏ ਅਤੇ ਬੜੇ ਭਾਵਕ ਹੋਏ ਤਾਂ ਮਨ 'ਚ ਹੁੰਦਾ ਸੀ ਕਿ ਪਾਕਿਸਤਾਨ ਜਾਈਏ, ਪਰ ਇੰਨੀ ਕੋਈ ਲਲਕ ਨਹੀਂ ਸੀ ਹੈਗੀ, ਸਿੱਧੀ ਗੱਲ ਹੈ। ਫਿਰ ਜਿਵੇਂ ਤੁਹਾਡੇ ਨਾਲ ਸਾਡਾ ਸੰਪਰਕ ਹੋਇਆ, ਅਸੀਂ ਕਰਤਾਰਪੁਰ ਸਾਹਿਬ ਆਏ 2019 ਦੇ ਵਿੱਚ, ਦਸੰਬਰ 2019 ਦੇ ਵਿੱਚ, ਤਾਂ ਸੋਹਣਾ ਜਿਹਾ ਲੱਗਿਆ। ਅਸੀਂ ਕੈਨੇਡਾ ਤੋਂ ਆਏ ਸੀ, ਦੁਬਾਰਾ ਕੈਨੇਡਾ ਵਾਪਸ ਚਲੇ ਗਏ। ਤੁਹਾਡੇ ਨਾਲ ਸਾਡਾ ਰਾਬਤਾ ਹੁੰਦਾ ਰਿਹਾ। ਜਦੋਂ ਤੁਸੀਂ ਪੰਜਾਬੀ ਕਾਨਫਰੰਸ ਕਰਨ ਦੀ ਗੱਲ ਕੀਤੀ ਤਾਂ ਉਹ ਸੁਨੇਹਾ ਸਾਡੇ ਕੋਲ ਗਿਆ ਤਾਂ ਆਪਾਂ ਤਾਂ ਇੱਕਦਮ ਤਿਆਰ ਹੋ ਗਏ। ਅਤੇ ਮੈਂ ਉਸੇ ਵੇਲੇ ਨਾਲ, ਜੇ ਮੈਂ ਆਉਣਾ ਸੀ ਤਾਂ ਫਿਰ ਥਿੰਨ ਸਾਹਿਬ ਨੇ ਤੇ ਆਉਣਾ ਸੀ, ਮੇਰੇ ਹਸਬੈਂਡ ਥਿੰਨ ਸਾਹਿਬ ਨਾਲ, ਮੇਰੇ ਹੋਰ ਸਾਥੀਆਂ ਨੂੰ ਵੀ ਮੈਂ ਇੱਕ ਸਾਡੇ ਹੈਗੇ ਨੇ ਬਲਿੰਦਰ ਬਰਾੜਾ ਸੀ, ਉਹਨਾਂ ਨੂੰ ਤਿਆਰ ਕੀਤਾ ਵੀ ਆਪਾਂ ਜਾਣਾ। ਚਲੋ ਕਿਸੇ ਕਾਰਨ ਵਾਸਤੇ ਤੁਹਾਡੀ ਕਾਨਫਰੰਸ ਸਿਰੇ ਨਹੀਂ ਚੜੀ ਤਾਂ ਅਸੀਂ ਫਿਰ ਸੋਚਿਆ ਕਿ ਵੀ ਜਾਣਾ ਤਾਂ ਹੈਗਾ। ਥੋੜਾ ਡਿਲੇ ਕੀਤੀ ਜਾਣੀ ਥੋੜਾ ਤੁਸੀਂ ਡਿਲੇਟ ਕੀਤੀ ਜਾਂ ਉਹ ਬਾਅਦ 'ਚ ਹੋਏਗੀ, ਡਿਲੇ ਹੋ ਗਈ। ਤਾਂ ਅਸੀਂ ਸੋਚਿਆ ਵੀ ਜਾਣਾ ਤਾਂ ਹੈਗਾ। ਤਾਂ ਫਿਰ ਬ੍ਰਦਰ ਮੇਰੇ ਰਹਿੰਦੇ ਨੇ ਟੋਰਾਂਟੋ, ਤਾਂ ਇੱਕ ਦਿਨ ਅਚਾਨਕ ਉਹਦੇ ਮੂੰਹ ਨਿਕਲ ਕੇ ਭੈਣੇ ਆਪਾਂ ਚੱਲ ਕਿਸੇ ਦਿਨ ਆਪਾਂ ਪਾਕਿਸਤਾਨ ਚੱਲੀਏ। ਤਾਂ ਮੈਂ ਕਿਹਾ ਫਿਰ ਕਿਤੇ ਕਿਉਂ ਜਾਣਾ, ਹੁਣੇ ਚੱਲਦੇ। ਸੋ ਇੰਡੀਆ ਦਾ ਪ੍ਰੋਗਰਾਮ ਬਣਿਆ ਅਤੇ ਅਸੀਂ ਇੰਡੀਆ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਪਾਕਿਸਤਾਨ ਆਉਣ ਦਾ ਪ੍ਰੋਗਰਾਮ ਚੌਕ ਆਊਟ ਕਰ ਲਿਆ। ਸੋ ਕਹਿੰਦੇ ਹੁੰਦੇ ਨੇ ਕਿ ਹਰ ਚੀਜ਼ ਜਿਹੜੀ ਹੁੰਦੀ ਨਾ ਪ੍ਰੀ ਡੈਸਟਿਨ ਹੁੰਦੀ ਹੈ। ਜਦੋਂ ਜੋ ਵਾਪਰਨਾ ਹੁੰਦਾ ਉਦੋਂ ਹੀ ਉਹ ਵਾਪਰਦਾ, ਅਤੇ ਇੰਝ ਹੀ ਵਾਪਰ ਗਿਆ। ਅਤੇ 16 ਫਰਵਰੀ ਨੂੰ ਅਸੀਂ ਵਾਹਗਾ ਦਾ ਬਾਰਡਰ ਪਾਰ ਕਰਕੇ, ਮੈਂ, ਮੇਰੇ ਹਸਬੈਂਡ, ਮੇਰਾ ਬ੍ਰਦਰ ਅਤੇ ਮੇਰੀ ਭਾਬੀ, ਜਿੱਥੇ ਸਾਡਾ ਰਜ਼ਾ ਅਹਿਮਦ ਰਜ਼ਾ ਜੀ ਇੰਤਜ਼ਾਰ ਕਰ ਰਹੇ ਸੀ, ਅਸੀਂ ਉੱਥੇ ਪਹੁੰਚੇ। ਤਾਂ ਫਿਰ ਸਮਝੋ ਕਿ ਉਹ ਦ ਅਪੁਆਇੰਟਡ ਡੇ ਹੈਡ ਕਮ, ਉਹ ਨਿਯਤ ਦਿਨ ਆ ਗਿਆ ਸੀ ਜਿਹੜਾ ਕਿ ਇਟ ਵਾਜ਼ ਆਲ ਪ੍ਰੀ ਡੈਸਟਿਨਡ। ਮੈਂ ਤੁਹਾਡੇ ਵੱਲ ਪਰਤਦਾ ਹਾਂ। ਇਸ ਤੋਂ ਪਹਿਲੇ ਸੁਖਵਿੰਦਰ ਸਾਹਿਬ ਤੋਂ ਜਾਣਦੇ ਹਾਂ। ਸੁਖਵਿੰਦਰ ਸਾਹਿਬ, ਤੁਸੀਂ ਘਰ ਵਾਲੀ ਨੇ ਕਿਹਾ ਅਤੇ ਮੰਨ ਲਿਆ ਜਾਂ ਕੋਈ ਆਪਣੀ ਚਾਹਤ ਵੀ ਸੀ ਇੱਥੇ ਆਉਣ ਦੀ? ਦੇਖੋ ਜੀ, ਚਾਹਤ ਬਹੁਤ ਸੀ ਪਹਿਲਾਂ ਵੀ। ਅਤੇ ਇੱਕ ਵਾਰ ਮੈਨੂੰ ਯਾਦ ਹੈ ਵੀ ਜਦੋਂ ਮੈਂ ਨੌਕਰੀ ਕਰਦਾ ਹੁੰਦਾ ਸੀ ਨਾ, ਅਤੇ ਮੇਰੀ ਜੌਬ ਸੀ ਅੰਮ੍ਰਿਤਸਰ ਦੇ ਵਿੱਚ, ਅਤੇ ਉਹ ਕਈ ਵਾਰ ਖੇਤ ਦੇਖਦੇ ਅਤੇ ਮੈਨੂੰ ਯਾਦ ਸੀ ਉਦੋਂ ਬੁਰਜੀਆਂ ਲੱਗੀਆਂ ਹੁੰਦੀਆਂ ਸੀ, ਤਾਂ ਮੈਂ ਬੁਰਜੀਆਂ ਤੋਂ ਗਾਂਹ ਲੰਘ ਗਿਆ। ਤਾਂ ਮੇਰੇ ਨਾਲ ਕਹਿੰਦੇ ਤੁਸੀਂ ਤਾਂ ਪਾਕਿਸਤਾਨ 'ਚ ਜਾ ਵੜਿਓ। ਮੈਂ ਚਲੋ ਪਾਕਿਸਤਾਨ ਦੇ ਦਰਸ਼ਨ ਪੈਰ ਹੀ ਪੈ ਗਏ ਸਹੀ।
ਤਾਂ ਉਸ ਦਿਨ ਤੋਂ ਅਸੀਂ ਵੀ ਕਿਤੇ ਨਾ ਕਿਤੇ ਜਾ ਕੇ ਆਈਏ। ਫਿਰ ਅਸੀਂ 2019 ਨਹੀਂ ਥੋੜੇ ਜਿਹੀ ਮੈਨੂੰ ਗੱਲ ਕਰ, ਮਤਲਬ ਤੁਸੀਂ ਪਹਿਲੇ ਪਾਕਿਸਤਾਨ ਆ ਚੁੱਕੇ ਹੋ ਤੇ ਉਹ ਤੁਸੀਂ ਪੈਰ ਪਾਇਆ ਪਾਕਿਸਤਾਨ ਦੇ ਵਿੱਚ, ਤੇ ਕਿੰਨੀ ਕੁ ਟਾਈਮ ਲਈ ਤੁਸੀਂ ਪੈਰ ਪਾਇਆ, ਕਿੰਨੀ ਦੇਰ ਪਹਿਲਾਂ ਤੁਹਾਡਾ ਪਾਕਿਸਤਾਨ ਆਉਣਾ ਹੋਇਆ ਸੀ? ਮੋਸਟਲੀ 4-5 ਮਿੰਟ ਲਈ 4-5 ਮਿੰਟ ਲਈ, ਮਤਲਬ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਪਾਕਿਸਤਾਨ 'ਚ, ਉਹ ਤਾਂ ਮੈਨੂੰ ਦੱਸਿਆ ਗਿਆ ਬਾਅਦ ਦੇ ਵਿੱਚ, ਤੁਸੀਂ ਤਾਂ ਪਾਕਿਸਤਾਨ 'ਚ ਤੁਰੇ ਫਿਰਦੇ ਹੋ, ਫੜ ਲੈਣਾ ਕਿਤੇ ਨੇ। ਹੁਣ ਤਾਂ ਮੈਂ ਆ ਗਿਆ ਪਾਕਿਸਤਾਨ, ਹੁਣ ਮੈਂ ਵਾਪਸ ਚੱਲ ਜਾਊਂਗਾ, ਹੋਰ ਕੀ ਹੈ। ਉਸ ਤੋਂ ਬਾਅਦ ਫਿਰ ਸਾਨੂੰ ਕੋਈ ਚਾਂਸ ਮਿਲਿਆ ਸੀ 2019 ਦੇ ਵਿੱਚ ਆਉਣ ਦਾ ਕਰਤਾਰਪੁਰ। ਮੈਂ ਤੇ ਮੇਰੀ ਵਾਈਫ ਆਏ ਸੀ, ਨਾਲ ਮੇਰੇ ਬ੍ਰਦਰ ਸੀ, ਨਾਲ ਹੋਰ ਫੈਮਲੀਆਂ ਵੀ ਸੀ। ਉਦੋਂ ਕਰਕੇ ਦਰਸ਼ਨ ਇਹ ਲੱਗਾ ਸੀ ਵੀ ਕਿਤੇ ਯਾਰ ਹੋਰ ਵੀ ਸ਼ਹਿਰ ਘੁੰਮ ਲਈਏ। ਤਾਂ ਫਿਰ ਅਸੀਂ ਜਿਸ ਤਰ੍ਹਾਂ ਮੇਰੀ ਵਾਈਫ ਨੇ ਦੱਸਿਆ ਵੀ ਕਾਨਫਰੰਸ ਹੋ ਰਹੀ ਹੈ, ਮੈਂ ਆਪਾਂ ਚਲੀਏ। ਚਲੋ ਪ੍ਰਮਾਤਮਾ ਜਿਸ ਤਰ੍ਹਾਂ ਵੀ ਲਿਆਉਣਾ ਕਿਸੇ ਜਗ੍ਹਾ 'ਤੇ, ਚਲੋ ਉਹ ਡਿਲੇ ਹੋ ਗਈ। ਉਸ ਤੋਂ ਬਾਅਦ ਅਸੀਂ ਇਹ ਸੋਚਦੇ ਵੀ ਮੈਂ ਵੀ ਆਪਣਾ ਤਾਂ ਪ੍ਰੋਗਰਾਮ ਰਹਿ ਗਿਆ ਸਾਰਾ ਕੁਝ, ਆਪਾਂ ਤਾਂ ਜਾਣਾ ਚਾਹੁੰਦੇ ਹਾਂ। ਉਹ ਇਹ ਹੈ ਵੀ ਇੱਥੇ ਪੰਜਾਬੀ ਪ੍ਰਚਾਰ TV ਵਾਲੇ ਰਾਜਾ ਅਹਿਮਦ ਜੀ ਨੇ ਅਸੀਂ ਗੱਲਬਾਤ ਕੀਤੀ, ਉਹ ਕਹਿੰਦੇ ਤੁਸੀਂ ਆ ਜਾਓ, ਇਹ 'ਚ ਕਿਹੜੀ ਗੱਲ ਹੈ, ਇੱਥੇ ਆਉਣ ਦੀ ਕੋਈ ਪ੍ਰੋਬਲਮ ਨਹੀਂ। ਮੈਂ ਇਹਨਾਂ ਸਪਾਂਸਰ ਕਰਤਾ ਤੇ ਇਹਨਾਂ ਕੋਲ ਅਸੀਂ ਆ ਗਏ ਲਾਹੌਰ। ਅੱਛਾ ਜੀ, ਇਹ ਇੰਜ ਗੱਲ ਕਰ ਰਹੇ ਨੇ ਜਿਵੇਂ ਕੋਈ ਅਹਿਮਦ ਰਜ਼ਾ ਕੋਈ ਹੋਰ ਬੰਦਾ ਹੁੰਦਾ ਹੈ, ਤੇ ਇਹਨਾਂ ਦਾ ਸਟਾਈਲ ਹੈ। ਪੰਜਾਬੀ ਪ੍ਰਚਾਰ TV ਵੀ ਇੰਜ ਕਰ ਰਹੇ ਨੇ ਜਿਵੇਂ ਕੋਈ ਹੋਰ ਹੁੰਦਾ। ਸੋ ਵੇਖਣ ਵਾਲੇ ਇਹਨਾਂ ਚੀਜ਼ਾਂ ਨੂੰ, ਤੁਹਾਡੀਆਂ ਸ਼ੈਤਾਨੀਆਂ ਨੂੰ ਸਮਝ ਰਹੇ ਹਨ। ਜੀ ਜੀ, ਤੁਸੀਂ ਅੱਪੜ ਇੱਥੇ, ਉਸ ਤੋਂ ਬਾਅਦ ਫਿਰ ਸਫ਼ਰ ਸ਼ੁਰੂ ਹੁੰਦਾ ਹੈ। ਕਿਵੇਂ ਐਸਤਾ ਟਰਸਟ ਡਿਵੈਲਪ ਹੋਇਆ, ਜਾਂ ਪਹਿਲੇ ਹੀ ਟਰਸਟ ਸੀ ਕਿ ਇਹ ਸਾਰਾ ਕੁਝ ਠੀਕ ਹੈ? ਅਸਲੀਅਤ ਇਹ ਕਿ ਪਹਿਲੇ ਟਰਸਟ ਸੀਗਾ, ਸਾਨੂੰ ਪਤਾ ਹੀ ਸੀਗਾ ਕਿ ਬਹੁਤ ਵਧੀਆ ਵਾਪਰਨਾ, ਪਰ ਇੰਨਾ ਵਧੀਆ ਵਾਪਰੇਗਾ ਇਹ ਖੈਰ ਇੱਥੇ ਆ ਕੇ ਪਤਾ ਲੱਗਾ। ਜਦੋਂ ਆਪਾਂ ਪਹਿਲੇ ਦਿਨ ਆਏ ਆ ਤੇ ਆਪਾਂ ਬੇਸ਼ੱਕ ਇੱਕ ਵਾਰੀ ਮਿਲ ਚੁੱਕੇ ਸੀਗੇ, ਬਟ ਇਸ ਵਾਰ ਦੀ ਮਿਲਣੀ ਤੁਹਾਡੇ ਨਾਲ ਸੁਹੇਲ ਜੀ ਸੀਗੇ, ਤੁਹਾਡੇ ਨਾਲ ਫੈਸਲ ਸੀਗਾ, ਤੋ ਇੰਝ ਲੱਗਾ ਕਿ ਜਿਵੇਂ ਘਰ ਦੇ ਜੀ ਜਿਹੜੇ ਨੇ ਨਾ ਉਹਨਾਂ ਨਾਲ ਸਾਡਾ ਮੇਲ ਹੋ ਰਿਹਾ। ਸੋ ਬਹੁਤ ਵਧੀਆ ਲੱਗਾ। ਤੇ ਹੁਣ ਇੰਝ ਹੀ ਲੱਗਦਾ ਕਿ ਜਿਵੇਂ ਪਰਿਵਾਰ ਦੇ ਵਿੱਚ ਆ, ਤੇ ਆਪਾਂ ਤੁਹਾਨੂੰ ਜਿੱਥੇ ਵੱਖ-ਵੱਖ ਜਗ੍ਹਾ ਤੇ ਜਾਂਦੇ ਆ ਤੇ ਇੰਝ ਕਹਿ ਲੈਂਦੇ ਆ, ਗੱਲ ਸੁਣੋ ਰਜ਼ਾ ਅਹਿਮਦ, ਆਪਾਂ ਨਾ ਐ ਨਾ ਚੱਲ ਚਲੀਏ, ਤੇ ਉਹ ਫਿਰ ਐਵੇਂ ਕਿਸੇ ਹੋਰ ਨੂੰ ਨਹੀਂ ਕਿਹਾ ਜਾਂਦਾ, ਇਹ ਉਸ ਬੰਦੇ ਨੂੰ ਕਿਹਾ ਜਾਂਦਾ ਜਿਹਦੇ ਨਾਲ ਤੁਹਾਨੂੰ ਲੱਗਦਾ ਹੁੰਦਾ ਕਿ ਉਹਨੇ ਇੱਕ ਕਹੀ ਦੂਜੇ ਨੇ ਮਾਨੀ ਵਾਲੀ ਗੱਲ ਜਿਹੜੀ ਉਹ ਹੋਣੀ ਹੈ। ਸੋ ਇਹ ਇੱਕ ਆਪਣਤ ਜਿਹੜੀ ਹੈ ਨਾ, ਇੰਨੀ ਜਲਦੀ ਪੈ ਗਈ। ਸ਼ਾਇਦ ਇਹ ਮਿੱਟੀ ਦੀ ਮੈਨੂੰ ਲੱਗਦਾ ਖਾਸੀਅਤ ਹੈ, ਸ਼ਾਇਦ ਇਹ ਮਿੱਟੀ ਦਾ ਹੀ ਕੁਛ ਆਪਣਾਪਣ ਹੈ, ਕਿ ਜਾਂ ਇਹਦੇ 'ਚ ਕੁਝ ਵਖਰੇਵਾਂ ਹੈ ਹੀ ਨਹੀਂ ਸੀਗਾ, ਅਜਨਬੀਪਣ ਨਹੀਂ ਹੈਗਾ ਸੀ, ਸਟ੍ਰੇਂਜ ਹੈ ਹੀ ਨਹੀਂ ਸੀਗਾ ਬਈ ਕੋਈ ਆਪਣੀ ਨਹੀਂ ਹੈ। ਅਤੇ ਮੈਨੂੰ ਯਾਦ ਹੈ ਕਿ ਕਈ ਵਾਰ ਆਪਾਂ ਇੱਧਰ ਉੱਧਰ ਜਾਂਦੇ ਹਾਂ ਨਾ, ਅਤੇ ਤੁਰਦਿਆਂ ਮੈਂ ਅਗਾਂਹ ਤੁਰ ਪੈਂਦੀ ਹਾਂ, ਅਤੇ ਤੁਸੀਂ ਕਹਿੰਦੇ ਜਿਹੜਾ ਰੁਕ ਜਾਓ ਥੋੜ੍ਹਾ ਜਿਹਾ, ਅਤੇ ਮੈਂ ਕਿਹਾ ਮੈਨੂੰ ਭੁਲੇਖਾ ਹੀ ਪੈ ਰਿਹਾ ਕਿ ਮੈਂ ਬਈ ਇਹ ਧਰਤੀ ਸਾਡੇ ਲਈ ਬੇਗਾਨੀ ਹੈ। ਮੈਨੂੰ ਯਾਦ ਹੈ ਜਦੋਂ ਅਸੀਂ ਕੈਨੇਡਾ ਗਏ ਹਾਂ ਤਾਂ ਉਦੋਂ ਅਸੀਂ ਏਅਰਪੋਰਟ 'ਤੇ ਉਤਰੇ, ਤਾਂ ਏਅਰਪੋਰਟ ਤੋਂ ਉਤਰ ਕੇ ਮੇਰਾ ਬ੍ਰਦਰ ਸਾਨੂੰ ਲੈਣ ਆਇਆ ਸੀ, ਤਾਂ ਅਸੀਂ ਉਤਰੇ ਤੇ ਬੜਾ ਵਧੀਆ ਲੱਗਾ। ਮੈਂ ਕਿਹਾ ਵੀਰੇ ਮੈਨੂੰ ਤਾਂ ਐਂ ਲੱਗਦਾ ਮੈਂ ਲੁਧਿਆਣਾ ਹੀ ਫਿਰਦੀ ਹਾਂ, ਬਹੁਤਾ ਅਜਨਬੀ ਨਹੀਂ ਲੱਗਾ। ਪਰ ਅਗਲੇ ਦਿਨ ਜਦੋਂ ਸਨੋ ਪੈ ਗਈ ਤਾਂ ਫਿਰ ਬੜਾ ਅਜਨਬੀ ਲੱਗਿਆ। ਇਹ ਕਿਉਂਕਿ ਸਾਡੀ ਆਪਣੀ ਧਰਤੀ ਹੈ, ਬਿਲਕੁਲ ਹੀ ਆਪਣੀ ਹੈ। ਮੇਰੇ ਦਾਦੇ ਦੀ ਧਰਤੀ ਹੈ, ਮੇਰੇ ਪੜਦਾਦੇ ਦੀ ਧਰਤੀ ਹੈ, ਮੇਰੇ ਆਪਣਿਆਂ ਦੀ ਧਰਤੀ ਹੈ, ਸਾਡੇ ਆਪਣਿਆਂ ਦੀ ਹੈ। ਇਸ ਕਰਕੇ ਮੈਨੂੰ ਤਾਂ ਕਦੇ ਕੋਈ ਲੱਗਾ ਹੀ ਨਹੀਂ ਕਿ ਹੋਏਗਾ। ਬਿਲਕੁਲ ਤੁਸੀਂ ਸਹੀ ਕਹਿੰਦੇ ਹੋ। ਥੋੜ੍ਹੀ ਜਿਹੀ ਚੀਜ਼ਾਂ ਨਾ, ਬਾਜ਼ ਚੀਜ਼ਾਂ ਉਹ ਇਤਨੀ ਬੰਦਿਆਂ ਨੂੰ ਕਨਫਿਊਜ਼ਨ ਹੁੰਦੀ, ਕੁਛ ਸਮਝਦੇ ਨਹੀਂ ਹਨ। ਜਦੋਂ ਅਸੀਂ ਕਹਿੰਦੇ ਆ ਨਾ ਕਿ ਪਾਕਿਸਤਾਨ ਜਾਂ ਇੰਡੀਆ, ਠੀਕ ਹੈ, ਦੋਨੋਂ ਦੇਸ਼ ਹਨ, ਇਤਰਾਮ ਹੈ। ਮੈਂ ਪਾਕਿਸਤਾਨੀ ਹਾਂ, ਇਹ ਇੰਡੀਅਨ ਵੀ ਰਹੇ ਹਨ, ਹੁਣ ਇਹ ਕੈਨੇਡੀਅਨ ਹਨ। ਸੋ ਦੋਨੋਂ ਦੇਸ਼ਾਂ ਦਾ, ਦੋਨੋਂ ਨੈਸ਼ਨੈਲਿਟੀ ਦਾ ਇਤਰਾਮ ਸਾਨੂੰ ਕਰਨਾ ਵੀ ਚਾਹੀਦਾ ਔਰ ਹੈ ਵੀ। ਲੇਕਿਨ ਇਹਦੇ ਨਾਲ ਇੱਕ ਹੋਰ ਸਾਂਝ ਵੀ ਹੈ, ਉਹ ਪੰਜਾਬ ਦੀ ਸਾਂਝ ਹੈ। ਉਹ ਚੜ੍ਹਦੇ ਦਾ ਪੰਜਾਬ ਹੋਵੇ, ਉਹ ਲਹਿੰਦੇ ਦਾ ਪੰਜਾਬ ਹੋਵੇ, ਔਰ ਇਹਨਾਂ ਦੀ ਸਾਂਝ ਇਸ ਮਿੱਟੀ ਦੇ ਨਾਲ ਇਸ ਕਰਕੇ ਵੀ ਹੈ ਕਿ ਇਹਨਾਂ ਦੀ ਇੱਥੇ ਦਾਦੇ ਪੜਦਾਦੇ ਲੱਕੜ ਦਾਦੇ, ਉਹਨਾਂ ਦਾ ਪਿੰਡ ਗੱਟੀ ਸੀ। ਗੱਟੀ ਤੋਂ ਰਿਲੇਟਡ ਤੁਸੀਂ ਵੀਡੀਓਜ਼ ਦੇਖ ਚੁੱਕੇ ਹੋਵੋਗੇ। ਅੱਛਾ, ਕੋਈ ਐਸੀ ਖਾਸ ਚੀਜ਼ ਜਿਹਨੇ ਤੁਹਾਨੂੰ ਬਹੁਤ ਜ਼ਿਆਦਾ, ਜਾਂ ਕਿਸੇ ਐਸੇ ਸ਼ਖਸ ਦੇ ਨਾਲ ਤੁਸੀਂ ਮਿਲੇ ਹੋਵੋ ਜਿਹਨੇ ਤੁਹਾਨੂੰ ਕੋਈ ਤੁਹਾਡੀ ਹਯਾਤੀ ਦੇ ਵਿੱਚ ਕੋਈ ਨਵੀਂ ਹਯਾਤੀ ਦਾ ਕੋਈ ਵਾਧਾ ਕੀਤਾ ਹੋਵੇ, ਆਪਣੀ ਮਹਿਕ ਦਾ, ਇਨਸਾਨੀਅਤ ਦੀ ਮਹਿਕ ਦਾ, ਇਨਸਾਨੀਅਤ ਤੁਹਾਡੇ ਅੰਦਰ ਤੁਹਾਨੂੰ ਫਖਰ ਫੀਲ ਹੋਇਆ ਹੋਵੇ ਕਿ ਅਸੀਂ ਤਾਂ ਕੁਛ ਹੋਰ ਪਾਕਿਸਤਾਨ ਨੂੰ ਸਮਝਦੇ ਸੀ, ਲਹਿੰਦੇ ਪੰਜਾਬ ਨੂੰ ਸਮਝਦੇ ਸੀ, ਲੇਕਿਨ ਇੱਥੇ ਇਸ ਤਰ੍ਹਾਂ ਦੇ ਲੋਕ ਵੀ ਹਨ। ਇੱਕ ਦਾ ਨਾਂ ਕੀ ਲਵਾਂ, ਇੱਥੇ ਤਾਂ ਕਈ ਜਾਣੇ ਨੇ। ਅਸੀਂ ਇੱਕ ਸਲਮਾਨ ਢਿੱਲੋਂ, ਉਹਨਾਂ ਨੂੰ ਮਿਲੇ। ਉਹਦੇ ਖੇਤਾਂ ਦੇ ਵਿੱਚ ਮੈਂ ਇੱਧਰ ਇੱਕ ਵੀਡੀਓ ਬਣਾਈ, ਉਹਨਾਂ ਦੇ ਘਰ ਦੇ ਵਿੱਚ ਗਈ। ਉਹਨਾਂ ਦੇ ਘਰ ਦੀ ਬਿਲਕੁਲ ਹੀ ਸਧਾਰਨ ਖਸਤਾ ਹਾਲਤ ਵੇਖ ਕੇ ਮੈਨੂੰ ਲੱਗਾ ਕਿ ਕਿਤੇ ਮੇਰਾ ਪੰਜਾਬ ਜਿਹੜਾ ਨਾ ਅਜੇ ਬਹੁਤ ਥੱਲੇ ਹੈਗਾ। 75 ਸਾਲ ਦੇ ਵਿੱਚ ਜਦੋਂ ਉਹ ਕਹਿੰਦੇ ਨੇ ਕਿ ਉਹਨਾਂ ਦਾ ਪਰਿਵਾਰ ਉੱਧਰੋਂ ਹੀ ਆਇਆ ਸੀ, ਜਾਣੀ ਚੜ੍ਹਦੇ ਪੰਜਾਬ ਵੱਲੋਂ, 75 ਸਾਲ ਦੇ ਵਿੱਚ ਮੈਂ ਵੇਖਿਆ ਕਿ ਅਜੇ ਤੁਹਾਡਾ ਹੋਰ ਕੁਝ ਵੀ ਨਹੀਂ ਬਣਿਆ, ਸਿਰਫ ਕਿੱਲਿਆਂ ਵਾਲੀ ਲੜਾਈ ਹੋ ਰਹੀ ਹੈ।
ਇੱਕ ਸ਼ਰੀਕਾ ਮੁਕੱਦਮਾ ਕਰ ਰਿਹਾ ਤੇ ਉਹ ਮੁਕੱਦਮੇ ਦੇ ਵਿੱਚ ਲੜ ਕੇ ਤੇ ਆਪਣੀਆਂ ਪੈਲੀਆਂ ਬਚਾ ਰਹੇ ਨੇ। ਸੋ ਇਹ ਖਾਸੀਅਤ ਜਿਹੜੀ, ਇਹ ਚੀਜ਼ ਜਿਹੜੀ ਹੈ, ਮੈਨੂੰ ਲੱਗਾ ਕਿ ਅਜੇ ਹੋਰ ਬਹੁਤ ਕੁਝ ਹੋਣ ਵਾਲਾ ਹੈ। ਦੀਪ ਸਾਈਦਾ ਜੀ ਵੇਲੇ ਮੈਨੂੰ ਲੱਗਾ ਕਿ ਮੇਰੀ ਰੂਹ ਦੀ ਸਾਥਣ ਮਿਲ ਗਈ ਹੈ। ਮੈਨੂੰ ਲੱਗਾ ਕਿ ਇੱਕ ਔਰਤ ਮਿਲ ਗਈ ਹੈ ਜਿਹੜੀ ਸੱਚਮੁੱਚ ਔਰਤਾਂ ਲਈ ਲੜ ਰਹੀ ਹੈ, ਜਿਹੜੀ ਸੱਚਮੁੱਚ ਆਪਣਾ ਸੁੱਖ ਤਿਆਗ ਕੇ ਦੂਜਿਆਂ ਦੇ ਸੁੱਖਾਂ ਲਈ ਭੱਜੀ ਫਿਰਦੀ ਹੈ। ਤੇ ਉਹ ਮੇਰੀ ਅੱਜ ਤੋਂ ਪੱਕੀ ਸਾਥਣ ਹੈ, ਕਿਉਂਕਿ ਕੁਝ ਮੈਂ ਵੀ ਇਹੋ ਕੁਝ ਕਰਦੀ ਹੈ। ਅਸੀਂ ਪਿੰਡ ਦੇ ਵਿੱਚ, ਪੜਿਆਰ ਪਿੰਡ ਦੇ ਵਿੱਚ ਗਏ। ਪੜਿਆਰ ਪਿੰਡ ਦੇ ਵਿੱਚ ਸਾਡੇ ਨਾਲ ਐਸਐਨ ਬਾਜਵਾ ਜੀ ਦਾ ਮੁਲਾਕਾਤ ਹੋਈ। ਤੁਰੇ ਵਾਲੀ ਪੱਗ ਬੱਧੀ, ਹੁੱਕਾ ਕੋਲ ਰੱਖਿਆ, ਤੇ ਜਦੋਂ ਹੁੱਕਾ ਕੋਲ ਰੱਖ ਕੇ ਮੈਂ ਇੰਟਰਵਿਊ ਕਰਨ ਲੱਗੀ, ਕਹਿੰਦੇ ਅੱਛਾ ਚੱਕ ਦਿਓ, ਇਹ ਬੀਬੀ ਨੂੰ ਨਹੀਂ ਚੰਗਾ ਲੱਗਣਾ। ਮੈਂ ਕਿਹਾ ਜੀ ਚੱਕ ਦਿਓ, ਮੈਨੂੰ ਸੱਚੀ ਨਹੀਂ ਚੰਗਾ ਲੱਗਣਾ। ਜਿਹੜੀ ਮੈਨੂੰ ਐਂ ਲੱਗਾ ਮੈਂ ਜਿਵੇਂ ਮੇਰਾ ਚਾਚਾ ਜਾਂ ਤਾਇਆ ਹੋਵੇ ਤੇ ਮੈਂ ਉਹਨੂੰ ਇਹ ਗੱਲ ਕਹਿਦਾ ਕਿ ਚਾਚਾ ਜੀ ਮੈਨੂੰ ਨਹੀਂ ਆ ਗੱਲ ਚੰਗੀ ਲੱਗਦੀ, ਤਾਇਆ ਜੀ ਮੈਨੂੰ ਆ ਗੱਲ ਚੰਗੀ ਨਹੀਂ ਲੱਗਦੀ। ਸੋ ਉਹੋ ਜਿਹਾ ਮੈਨੂੰ ਮਤਲਬ ਆਪਣਾ ਕਹਿ ਲਓ ਕਿ ਬੇਗਾਨਾਪਣ ਹੈ ਹੀ ਨਹੀਂ। ਉੱਥੇ ਇੰਨੇ ਪਿਆਰੇ ਮੁੰਡੇ ਮਿਲੇ, ਸੋਮੀ ਮਿਲਿਆ, ਸੋਮੀ ਪੜਿਆਰ ਮਿਲਿਆ। ਲੱਗਦਾ ਹੀ ਨਹੀਂ ਕਿ ਉਹ ਮੁੰਡਾ ਜਿਹੜਾ ਹੈ ਉਹ ਕੋਈ ਜੁਦਾ ਹੈ। ਇੰਨੇ ਸਾਊ ਮੁੰਡੇ ਮਿਲੇ। ਹਾਂ, ਬੀਬੀਆਂ ਘੱਟ ਮਿਲੀਆਂ ਕਿਉਂਕਿ ਥੋੜ੍ਹਾ ਜਿਹਾ ਸਾਡੇ ਤੋਂ ਪਰੇ ਰਹਿੰਦੀਆਂ ਸੀ, ਮੈਂ ਜਾ ਕੇ ਉਹਨਾਂ ਜੱਫੀਆਂ ਪਾ ਆਉਂਦੀ ਸੀ। ਸੋ ਮਤਲਬ ਕੋਈ ਇੰਝ ਦਾ ਨਹੀਂ, ਬੱਚੇ ਨਿੱਕੇ ਨਿੱਕੇ ਸੀਗੇ, ਇੰਝ ਵੇਂਦੇ ਸੀ ਜਿਵੇਂ ਕੋਈ ਕਹਿੰਦੇ ਨਾ ਬਰਾਤ ਆਈ ਹੋਵੇ ਤੇ ਨਿਆਣੇ ਪੈਸਾ ਲੁੱਟਣ ਆਉਂਦੇ ਨੇ। ਸੋ ਇੰਝ ਦਾ ਹਿਸਾਬ ਸੀਗਾ। ਕਿਸੇ ਦੇ ਸਿਰ ਤੇ ਪਿਆਰ ਦੇ ਰਹੀਆਂ, ਬੱਚੇ ਪੜ੍ਹਨਾ ਹੈ, ਕਿਸੇ ਨੂੰ ਕੁਝ ਕਹਿ ਰਿਹਾ। ਮੈਨੂੰ ਲੱਗਦਾ ਕਿ ਬੋਲੀ ਦੀ ਸਾਂਝ, ਸੱਭਿਆਚਾਰ ਦੀ ਸਾਂਝ, ਸਾਡੇ ਵਰਤੋਂ ਵਰਤਾਅ ਦੀ ਸਾਂਝ, ਕੁਝ ਅਜਨਬੀਪਣ ਹੈ ਹੀ ਨਹੀਂ ਹੈ। ਤੇ ਇਹ ਵਿੱਤੋਂ ਵੱਧ ਲੱਗਾ, ਤੇ ਉਸ ਤੋਂ ਵੀ ਜ਼ਿਆਦਾ ਰਜ਼ਾ ਜੀ ਇਹ ਲੱਗਾ ਕਿ ਉਹ ਜਗ੍ਹਾ ਗਾਈਆਂ ਜਿਹੜੀਆਂ ਜਗ੍ਹਾ ਅਸੀਂ ਸ਼ਾਇਦ ਕਿਸੇ ਹੋਰ ਦੇ ਸੱਦੇ ਤੇ ਆਏ ਹੁੰਦੇ ਤਾਂ ਨਾ ਗਾਉਂਦੇ। ਸੋ ਇਹ ਰਜ਼ਾ PPTV ਵਾਲੇ ਰਜ਼ਾ, ਮੈਂ ਫਿਰ ਦੁਬਾਰਾ ਕਹੂੰਗੀ, ਤੁਹਾਨੂੰ ਦੱਸਣਾ ਪੈਣਾ ਹੈ। ਮੈਂ ਉਸ ਨੂੰ ਤੁਸੀਂ ਜਾਣਦੇ ਹੋ ਕਿ ਇਹ ਉਹਨਾਂ ਦੀ ਬਦੌਲਤ ਹੋਇਆ। ਇਹਨਾਂ ਨੇ ਇੰਨੇ ਸਹਿਜ ਭਾਅ ਦੇ ਨਾਲ ਸੱਦਾ ਭੇਜਿਆ ਤੇ ਉਨੇ ਹੀ ਸਹਿਜ ਭਾਅ ਨਾਲ ਅਸੀਂ ਸੱਦਾ ਕਬੂਲਿਆ। ਆਨਲਾਈਨ ਅਸੀਂ ਵੀਜ਼ਾ ਅਪਲਾਈ ਕੀਤਾ ਤੇ ਵੀਜ਼ਾ ਮੇਰਾ ਤੇ ਮੈਨੂੰ ਲੱਗਦਾ ਕਿ ਅਗਲੇ ਦਿਨ ਹੀ ਆ ਗਿਆ। 3-4 ਦਿਨ ਠਹਿਰ ਕੇ ਆਇਆ। 3-4 ਦਿਨ ਦਾ ਮਤਲਬ ਕਿ ਮੇਰਾ ਤਾਂ ਉਸ ਵੇਲੇ ਐਕਸੈਪਟ ਹੋ ਗਈ ਤੇ ਇਹਨਾਂ ਦੀ 2 ਦਿਨਾਂ ਬਾਅਦ ਐਕਸੈਪਟ ਹੋਈ ਐਪਲੀਕੇਸ਼ਨ। ਤੇ ਅਸੀਂ ਕੋਈ ਉਹ ਚੀਜ਼ ਨਾਲ ਤਿਆਰੀ ਨਹੀਂ ਕੀਤੀ, ਕੁਝ ਨਹੀਂ ਕੀਤਾ, ਜੋ ਸਾਡੇ ਹੱਥ ਆਇਆ ਅਸੀਂ ਲਿਆ ਤੇ ਬੜੇ ਆਰਾਮ ਦੇ ਨਾਲ ਅਸੀਂ ਇੱਥੇ ਪਹੁੰਚ ਗਏ। ਕਿਸੇ ਨੇ ਸਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਕਿਉਂ ਚੱਲੇ ਹੋ। ਕਈ ਵਾਰ ਹੁੰਦਾ ਕੋਈ ਰਿਸ਼ਤੇਦਾਰ ਕਹਿੰਦੇ ਨੇ ਬਈ ਤੁਸੀਂ ਨਾ ਜਾਓ, ਤੁਸੀਂ ਕਿਉਂ ਚੱਲੇ ਹੋ। ਇੱਕ ਤਾਂ ਅਸੀਂ ਬਹੁਤੀ ਐਡਵਰਟਾਈਜ਼ਮੈਂਟ ਨਹੀਂ ਸੀ ਇਹਦੀ ਕੀਤੀ। ਇਹ ਸਾਡਾ ਸੁਭਾਅ ਹੈ ਕਿ ਕਿਸੇ ਗੱਲ ਨੂੰ ਬਹੁਤ ਜ਼ਿਆਦਾ ਨਹੀਂ ਕਰਨਾ ਕਿ ਅਸੀਂ ਬਈ ਅਸੀਂ ਸੀਗਾ ਵੀ ਅਸੀਂ ਜਾਣਾ ਹੈ। ਇੰਝ ਸੀ ਜਿਵੇਂ ਅਸੀਂ ਲੁਧਿਆਣੇ ਅੰਮ੍ਰਿਤਸਰ ਆਉਂਦੇ ਹਾਂ ਤੇ ਅੰਮ੍ਰਿਤਸਰੋਂ ਲੁਧਿਆਣੇ, ਕਿਉਂਕਿ ਅੰਮ੍ਰਿਤਸਰ ਮੇਰਾ ਪੇਕਾ ਪਿੰਡ ਹੈ ਤੇ ਲੁਧਿਆਣਾ ਜਿਹੜਾ ਮੇਰੀ ਕਰਮ ਭੂਮੀ ਹੈ, ਜਿੱਥੇ ਮੈਂ ਸਾਰੀ ਉਮਰ ਨੌਕਰੀ ਕੀਤੀ ਹੈ। ਸੋ ਉਸੇ ਤਰ੍ਹਾਂ ਅਸੀਂ ਸਮਾਜ ਚੁੱਕ ਕੇ ਲਾਹੌਰ ਆ ਗਏ ਤੇ ਲਾਹੌਰ ਆ ਕੇ ਉਂਝ ਹੀ ਅਸੀਂ ਗਲੀਆਂ ਗਾ ਰਹੇ ਹਾਂ ਜਿਵੇਂ ਅਸੀਂ ਅੰਮ੍ਰਿਤਸਰ ਦੀਆਂ ਜਾਂ ਲੁਧਿਆਣੇ ਦੀਆਂ ਗਾਉਂਦੇ। ਸੁਖਵਿੰਦਰ ਸਾਹਿਬ, ਇਹ ਦੱਸੋ ਕਿ ਕੋਈ ਬੰਦਾ ਪਲਾਨ ਕਰਦਾ ਹੈ ਲਹਿੰਦੇ ਪੰਜਾਬ ਆਉਣ ਦਾ, ਔਰ ਉਹ ਸਿਰਫ ਤੁਹਾਨੂੰ ਸੁਣਦਾ ਕਿ ਮੈਂ ਸੁਖਵਿੰਦਰ ਸਾਹਿਬ ਨੂੰ ਸੁਣਿਆ, ਉਹਨਾਂ ਨੇ ਦੱਸਿਆ ਸੀ ਲਹਿੰਦੇ ਪੰਜਾਬ ਦੇ ਬਾਰੇ, ਆਪਣੇ ਪੰਜਾਬ ਦੇ ਬਾਰੇ, ਤੇ ਤੁਸੀਂ ਕੀ ਦੱਸੋਗੇ ਕਿ ਇੱਥੇ ਆ ਕੇ ਕੀ ਵੇਖਣਾ ਚਾਹੀਦਾ ਹੈ? ਕਿਉਂਕਿ ਸਾਡੇ ਬਹੁਤ ਸਾਰੇ ਲੋਕ ਹਨ ਧਾਰਮਿਕ ਹੁੰਦੇ ਨੇ, ਧਾਰਮਿਕ ਹੋਣਾ ਵੀ ਚਾਹੀਦਾ। ਬਹੁਤ ਸਾਰੇ ਲੋਕ ਹਨ ਉਹਨਾਂ ਦਾ ਪਰਸਨਲ ਹੁੰਦਾ ਕਿਉਂਕਿ ਉਹ ਕਿਤਨਾ ਧਾਰਮਿਕ ਹੈ ਜਾਂ ਕਿਤਨਾ ਨਹੀਂ ਹੈ। ਉਹ ਗੁਰਦੁਆਰਿਆਂ ਦੇ ਅੰਦਰ ਹੀ ਆਉਂਦੇ ਨੇ, ਮੱਥਾ ਟੇਕਦੇ ਆ, ਔਰ ਇੱਥੋਂ ਤੋਂ ਇੱਥੋਂ ਤੱਕ ਹੁੰਦਾ। ਹੋਰ ਇੱਥੇ ਐਸਾ ਕੀ ਪਿਆ ਵਾ ਇਸ ਪੰਜਾਬ ਦੇ ਅੰਦਰ ਜਿਹੜਾ ਤੁਸੀਂ ਕਹੋ ਕਿ ਯਾਰ ਮੈਂ ਆ ਕੇ ਦੇਖਿਆ ਤੇ ਤੁਸੀਂ ਵੀ ਆ ਕੇ ਲਾਜ਼ਮੀ ਇਸ ਨੂੰ ਦੇਖਣਾ? ਦੇਖੋ ਜੀ, ਜਿਹੜਾ ਵੀ ਬੰਦਾ ਆਉਂਦਾ ਨਾ ਮੋਸਟਲੀ ਧਾਰਮਿਕ ਸਥਾਨ ਦੇਖਣ ਹੀ ਆਉਂਦਾ, ਪਰ ਮੇਰਾ ਥੋੜ੍ਹਾ ਜਿਹਾ ਡਿਫਰੈਂਟ ਸੀ ਕਿਉਂਕਿ ਮੇਰੀ ਜਿਹੜੀ ਬੈਕਗਰਾਊਂਡ ਹੈ ਨਾ ਉਹ ਐਗਰੀਕਲਚਰ ਦੀ ਹੈ। ਕਿਉਂਕਿ ਮੈਂ ਇਹ ਦੇਖਣਾ ਚਾਹੁੰਦਾ ਸੀ ਪਿੰਡਾਂ ਦੀ ਹਾਲਤ ਕਿਸ ਤਰ੍ਹਾਂ ਦੀ ਆ, ਕਿਸ ਤਰ੍ਹਾਂ ਬੀਜਦੇ ਲੋਕੀ, ਕਿਹੜੀ ਕ੍ਰੌਪ ਲੈਂਦੇ ਆ, ਹਾੜੀ 'ਚ ਕਿਹੜੀ ਲੈਂਦੇ ਆ, ਸੌਣੀ 'ਚ ਕਿਹੜੀ ਲੈਂਦੇ ਆ। ਜੋ ਸਾਡੇ ਉੱਧਰ ਪੰਜਾਬ 'ਚ ਲੈਂਦੇ ਆ ਨਾ ਫਸਲਾਂ, ਉਹੀ ਇੱਧਰ ਲੈ ਰਹੇ ਆ। ਕੋਈ ਫਰਕ ਨਹੀਂ ਹੈਗਾ ਬਹੁਤਾ, ਪਰ ਇਹ ਆ ਵੀ ਥੋੜ੍ਹਾ ਜਿਹਾ ਫਰਕ ਇਹ ਆ, ਥੋੜ੍ਹੀ ਜਿਹੀ ਨਾ ਮਤਲਬ ਉੱਥੋਂ ਨਾਲੋਂ ਥੋੜ੍ਹਾ ਜਿਹਾ ਇੱਥੇ ਗਰੀਬੀ ਜੋ ਮੈਨੂੰ ਲੱਗਾ, ਹਾਂ ਉਹ ਇੱਥੇ ਥੋੜ੍ਹੀ ਜ਼ਿਆਦਾ, ਕਿਉਂਕਿ ਉਹਦਾ ਰੀਜ਼ਨ ਵੀ ਹੈਗਾ ਕਿਉਂਕਿ ਜਿਹੜੀ ਇੱਥੋਂ ਦਾ ਰੂਪੀਜ਼ ਦੀ ਆ ਉਹਦੀ ਡੀਵੈਲੂਏਸ਼ਨ ਬਹੁਤ ਹੋ ਚੁੱਕੀ ਹੈ। ਕਿਉਂਕਿ ਮੈਂ ਵੇਖਦਾ ਇੱਥੇ 1000 ਦਾ ਤਾਂ ਆਉਂਦਾ ਹੀ ਕੱਖ ਨਹੀਂ ਗਾ। 250 ਕਿ 300 ਰੁਪਏ ਆਟਾ ਹੋਇਆ, 600 ਨੂੰ ਤੇਲ ਨੂੰ ਹੋਇਆ। ਆਪਣਾ ਘਰ ਦਾ ਤੇਲ ਗੈਸ ਪਵਾਉਂਦੇ ਹਾਂ ਤਾਂ ਮੇਰਾ ਖਿਆਲ ਉਹ ਪੌਣੇ ਕਿ 300 ਰੁਪਈਏ ਦੀ ਸੀ। ਸੋ ਇਸ ਤਰ੍ਹਾਂ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਲੋਕਾਂ ਦਾ, ਪਰ ਲੋਕੀ ਫਿਰ ਵੀ ਸਬਰ ਵਾਲੇ ਆ। ਪਿਆਰ ਇੰਨਾ ਜਦੋਂ ਗਏ ਆ, ਇਹ ਹੱਥਾਂ ਦੇ ਚੁੱਕਣ ਵਾਲੀ ਗੱਲ ਹੈ। ਭਾਵੇਂ ਉਹ ਗਰੀਬ ਨੇ ਤਾਂ ਭਾਵੇਂ ਉਹ ਥੋੜ੍ਹਾ ਜਿਹਾ ਉੱਚਾ, ਪਰ ਜਿਹੜੇ ਗਰੀਬੀ ਵਾਲੇ ਨੇ ਉਹ ਜ਼ਿਆਦਾ ਪਿਆਰ ਕਰਦੇ ਸਭ ਬਾਕੀਆਂ ਨੂੰ। ਇੱਕ ਗੱਲ ਜਿਹੜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ
ਕਿ ਤੁਹਾਡਾ ਐਗਰੀਕਲਚਰ ਦੇ ਵਿੱਚ ਤੁਸੀਂ ਆਪਣੀ ਲਾਈਫ ਗੁਜ਼ਾਰੀ ਹੈ, ਸਾਇੰਟਿਸਟ ਹੋ, ਕੁਝ ਕੰਟਰੀਬਿਊਟ ਕਰਨਾ ਚਾਹੋਗੇ ਲਹਿੰਦੇ ਪੰਜਾਬ ਦੇ ਅੰਦਰ ਆਪਣਾ ਐਕਸਪੀਰੀਅੰਸ? ਜਿਹੜੇ ਆਮ ਕਿਸਾਨ ਹੈ, ਛੋਟਾ ਕਿਸਾਨ ਹੈ, ਜਿਹਨੂੰ ਕਿਸੇ ਚੀਜ਼ ਦਾ ਪਤਾ ਨਹੀਂ, ਔਰ ਮੈਂ ਤੁਹਾਡੇ ਨਾਲ ਮਿਲ ਕੇ ਤੁਹਾਡੀ ਕੋਲੈਬੋਰੇਸ਼ਨ ਦੇ ਨਾਲ ਅਸੀਂ ਕੁਝ ਇੱਥੇ ਕਰ ਪਾਈਏ, ਤੁਸੀਂ ਨਾਲੇਜ ਇਹਨਾਂ ਨੂੰ ਦੇ ਸਕੋ, ਭਲੇ ਉਹ ਆਨਲਾਈਨ ਅਸੀਂ ਉਸ ਨੂੰ ਕਰੀਏ, ਕੋਈ ਹੋਰ ਕੀ ਮਾਡਰਨ ਟ੍ਰੈਂਡਸ ਕੀ ਹਨ, ਉਸ ਦੇ ਵਿੱਚ ਤੁਸੀਂ ਕੋਈ ਕੋਆਪਰੇਸ਼ਨ ਕਰਨਾ ਚਾਹੋਗੇ ਇਹਨਾਂ ਕਿਸਾਨਾਂ ਵਾਸਤੇ? ਜ਼ਰੂਰ ਕਰਨਾ ਚਾਹਾਂਗੇ। ਜੋ ਮੇਰੇ ਕੋਲ ਨੌਲੇਜ ਹੈਗੀ ਆ ਉਹ ਮੈਂ ਜ਼ਿਮੀਂਦਾਰਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂ। ਉੱਥੇ ਹੀ ਪਹੁੰਚਾਉਂਦਾ ਰਿਹਾ ਪਹਿਲਾਂ, ਜਿੰਨਾ ਚਿਰ ਮੈਂ ਨੌਕਰੀ ਕੀਤੀ ਹੈ ਇੱਥੇ ਕਿਉਂਕਿ ਕੈਨੇਡਾ ਸਿਸਟਮ ਹੋਰ ਹੈ, ਸਾਡਾ ਇੰਡੀਆ ਵਾਲਾ ਸਿਸਟਮ ਤੇ ਇੱਧਰਲਾ ਪਾਕਿਸਤਾਨ ਵਾਲਾ ਸਿਸਟਮ ਸੇਮ ਜਿਹਾ ਆ। ਕਿਉਂਕਿ ਕੈਨੇਡਾ ਦੇ ਵਿੱਚ ਇੱਕੋ ਹੀ ਕ੍ਰੌਪ ਲਈ ਜਾਂਦੀ ਹੈ ਕਿਉਂਕਿ ਸਨੋ ਪੈ ਜਾਂਦੀ ਬਹੁਤੀ, ਅਤੇ ਕਿਉਂਕਿ ਇੰਡੀਆ ਦੇ ਵਿੱਚ 2-2 ਫਸਲਾਂ ਲੈਂਦੇ ਆ, ਕਈ ਜਗ੍ਹਾ 'ਤੇ 3-3 ਵੀ ਫਸਲਾਂ ਲੈ ਲੈਂਦੇ ਆ। ਇੱਥੇ ਇਹੀ ਹਾਲ ਆਪਣੇ ਲਹਿੰਦੇ ਪੰਜਾਬ ਦੇ ਵਿੱਚ ਆ। ਮੈਂ ਦੇਖਿਆ ਜੋ ਕੁਝ ਜ਼ਿਮੀਂਦਾਰਾਂ ਨਾਲ ਗੱਲ। ਜੀ ਤੁਸੀਂ ਇੱਕ ਬੜੀ ਵੱਡੀ ਇੱਕ ਤਰ੍ਹਾਂ ਦੀ ਸਾਡੇ ਵਾਸਤੇ ਖੁਸ਼ੀ ਵੀ ਹੈ ਕਿ ਅਨਾਉਂਸਮੈਂਟ ਵੀ ਹੈ ਕਿ ਇਹਨਾਂ ਦੇ ਜੋ ਕਿ PhD ਇਸ ਦੇ ਅੰਦਰ ਹਨ, ਸਾਇੰਟਿਸਟ ਹਨ ਲੈਂਡ ਦੇ ਔਰ ਐਗਰੀਕਲਚਰ ਦੇ, ਅਤੇ ਇਹਨਾਂ ਦੇ ਅਸੀਂ ਨਾਲੇਜ ਤੋਂ ਅਸੀਂ ਫਾਇਦਾ ਚੁੱਕਾਂਗੇ, ਇਹਨਾਂ ਦਾ ਐਕਸਪੀਰੀਅੰਸ ਤੋਂ। ਅਤੇ ਬੈਨ ਜੀ ਹੋਰਾਂ ਦਾ ਐਕਸਪੀਰੀਅੰਸ ਮਲਟੀਪਲ ਫੀਲਡਸ ਦੇ ਅੰਦਰ ਹੈ ਅਤੇ ਉਹ ਵੀ ਅਸੀਂ ਚੁੱਕਾਂਗੇ। ਮੈਂ ਸ਼ਾਰਟਲੀ ਇਹਨਾਂ ਤੋਂ ਪੁੱਛਣਾ ਚਾਹਾਂਗਾ ਕਿ ਇੱਕ ਤਾਂ ਇਹਨਾਂ ਦਾ ਫੀਲਡ ਮੀਡੀਆ ਹੈ, ਦੂਸਰਾ ਬੀਬੀਆਂ ਵਾਸਤੇ ਕੰਮ ਕਰ ਰਹੇ ਹਨ, ਤੀਸਰਾ ਐਜੂਕੇਸ਼ਨ ਵਾਸਤੇ ਕੰਮ ਕਰ ਰਹੇ ਹਨ, ਅਤੇ ਅਸੀਂ ਚਾਹਾਂਗੇ ਕਿ ਲਹਿੰਦੇ ਪੰਜਾਬ ਦੇ ਜਿਹੜੇ ਇਹ ਇਸ਼ੂਜ਼ ਹਨ, ਬੀਬੀਆਂ ਦਾ ਇਸ਼ੂ ਹੈ, ਇੱਥੋਂ ਵੀ ਮਿਲ ਕੇ ਜਿਹੜੀਆਂ ਇੱਥੋਂ ਦੀਆਂ ਬੀਬੀਆਂ ਹਨ, ਇੱਥੋਂ ਦੇ ਲੋਕ ਹਨ, ਐਜੂਕੇਸ਼ਨ ਨੂੰ ਕਿਵੇਂ ਸਪੋਰਟ ਅਸੀਂ ਕਰ ਸਕਦੇ ਹਾਂ, ਤਾਂ ਜੇ ਇੱਕ ਸਾਂਝ ਜਿਹੜੀ ਅਸੀਂ ਗੱਲਾਂ ਦੇ ਨਾਲ ਕਹਿੰਦੇ ਨਾ ਕਿ ਇਹ ਸਾਂਝ ਸਾਨੂੰ ਬਣਾਉਣੀ ਚਾਹੀਦੀ ਹੈ, ਤਾਂ ਸਾਂਝ ਪੂਰੀ ਹੋਵੇ, ਜਿਹੜਾ ਬਾਕੀ ਦੁਨੀਆ ਕੋਲ ਨਾਲੇਜ ਹੈ ਇੱਥੋਂ ਦੇ ਲੋਕਾਂ ਤੱਕ ਵੀ ਉਹ ਪਹੁੰਚੇ। ਕੀ ਕਹਿੰਦੇ ਹੋ? ਮੇਰਾ ਆਖਰੀ ਕੁਐਸਚਨ ਹੈ, ਇਸ ਤੋਂ ਬਾਅਦ ਫਿਰ ਤੁਹਾਡੇ ਸਾਰਿਆਂ ਨਾਲ ਆਨਲਾਈਨ ਮੇਰੀ ਗੱਲਬਾਤ ਹੁੰਦੀ ਰਹੇਗੀ। ਮੈਂ ਚਾਹੂੰਗੀ ਕਿ ਜੋ ਕੁਛ ਮੇਰੇ ਕੋਲ ਹੈਗਾ ਮੈਂ ਉਹਨੂੰ ਜ਼ਰੂਰ ਵੰਡਾ। ਜਿਵੇਂ ਸਈਦਾ ਜੀ ਇੱਥੇ ਕੰਮ ਕਰਦੇ ਨੇ, ਦੀਪ ਜੀ ਕਰਦੇ ਨੇ ਇੱਥੇ, ਜੇ ਕਿਸੇ ਕਿਸਮ ਦੀ ਸਾਡੀ ਹੈਲਪ ਦੀ ਲੋੜ ਹੋਵੇ ਤਾਂ ਅਸੀਂ ਜ਼ਰੂਰ ਕਰਾਂਗੇ। ਮੈਨੂੰ ਇਹ ਕਹਿੰਦੇ ਕੋਈ ਝਿਜਕ ਨਹੀਂ ਹੈ ਕਿ ਇੱਥੇ ਵਿਮਨ ਜਿਹੜੀ ਹੈ ਉਹ ਬਹੁਤ ਹਾਸ਼ੀਅਤ ਹੈ, ਬਹੁਤ ਜ਼ਿਆਦਾ ਹਾਸ਼ੀਅਤ ਹੈ। ਯੂਨੀਵਰਸਿਟੀਆਂ ਦੇ ਵਿੱਚ ਵੀ ਮੈਂ ਦੇਖਿਆ ਕਿ ਲੜਕੀਆਂ ਬਹੁਤ ਜ਼ਿਆਦਾ ਪੜ੍ਹਦੀਆਂ ਨੇ, ਸਭ ਕੁਛ ਹੈ, ਬਟ ਇੱਕ ਹੁੰਦੇ ਨਾ ਕੁਛ ਅਚੀਵ ਕਰ ਲੈ ਕੇ ਅਤੇ ਉਹਦੇ ਨਾਲ ਜਿਹੜੀ ਗਰੋਥ ਹੁੰਦੀ ਹੈ, ਉਸ ਗਰੋਥ ਦੀ ਮੈਨੂੰ ਕੁਝ ਘਾਟ ਲੱਗੀ ਹੈ। ਯੂਨੀਵਰਸਿਟੀ ਦੇ ਵਿੱਚ ਮੈਂ ਬੇਟੀਆਂ ਵੇਖੀਆਂ ਨੇ, ਕਾਫੀ ਜਾ ਰਹੀਆਂ ਸੀਗੀਆਂ, ਕਰ ਰਹੀਆਂ ਸੀ, ਪਰ ਇੱਕ ਹੁੰਦਾ ਨਾ ਜਿਵੇਂ ਇੱਕ ਪਰਦਾ ਅਤੇ ਇੱਕ ਕੰਜ਼ਰਵੇਟਿਵ ਅਤੇ ਇੱਕ ਉਹ ਕਰਨਾ ਜੋ ਸਾਡੇ ਘਰ ਦੇ ਕਹਿੰਦੇ ਨੇ, ਉਹ ਨਹੀਂ ਕਰਨਾ ਜੋ ਮੇਰਾ ਮਨ ਕਹਿੰਦਾ ਹੈ। ਆਪਣੀ ਸੋਚ ਡਿਵੈਲਪ ਨਹੀਂ ਹੈ। ਡਿਗਰੀ ਲੈ ਲੈਣੀ ਉਹ ਹੋਰ ਚੀਜ਼ ਹੁੰਦੀ ਹੈ, ਉਸ ਡਿਗਰੀ ਨੂੰ ਵਰਤ ਕੇ ਉਹਨੂੰ ਕੁਝ ਨਾ ਕੁਝ ਸੁਸਾਇਟੀ ਵਾਸਤੇ ਦੇਣਾ ਅਤੇ ਉਹਦੇ ਤੋਂ ਕੁਝ ਸੁਸਾਇਟੀ ਤੋਂ ਵਾਪਸ ਲੈਣਾ, ਇਹ ਚੀਜ਼ ਬੜੀ ਇੰਪੋਰਟੈਂਟ ਹੁੰਦੀ ਹੈ। ਹੁਣ ਮੈਂ ਜੇ ਕਹਾਂ ਕਿ ਮੈਂ ਕੀ ਦਿੱਤਾ ਸਾਰੀ ਜ਼ਿੰਦਗੀ, ਮੈਂ ਟੀਚਰ ਰਹੀ ਹਾਂ, ਮੈਂ ਪੜ੍ਹਾਇਆ, ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹ ਮੇਰੇ ਹੱਥਾਂ ਦੇ ਵਿੱਚੋਂ ਪੜ੍ਹ ਕੇ ਨਿਕਲੇ ਨੇ, ਪਰ ਉਸ ਤੋਂ ਬਾਅਦ ਜੋ ਹੁਣ ਮੈਂ ਕਰ ਰਹੀ ਹਾਂ ਮੈਨੂੰ ਲੱਗਦਾ ਕਿ ਉਹ ਮੈਂ ਤਾਂ ਕਰ ਸਕੀ ਹਾਂ ਕਿਉਂਕਿ ਮੈਂ ਘਰ ਤੋਂ ਬਾਹਰ ਨਿਕਲੀ ਹਾਂ। ਜੇ ਮੈਂ ਘਰ ਤੋਂ ਬਾਹਰ ਨਹੀਂ ਨਿਕਲਦੀ, ਅਸੀਂ ਕੈਨੇਡਾ ਨਾ ਜਾਂਦੇ, ਤਾਂ ਸ਼ਾਇਦ ਮੈਂ ਕਦੇ ਦੀਪ ਜੀ ਵਾਂਗੂ ਸੋਚ ਨਾ ਸਕਦੀ। ਜਿਵੇਂ ਦੀਪ ਸੋਚਦੇ ਨੇ ਕਿ ਕਿਸੇ ਲੜਕੀ ਦੇ ਨਾਲ ਵਧੀਕੀ ਨਾ ਹੋਵੇ, ਉਸੇ ਤਰ੍ਹਾਂ ਮੈਂ ਸੋਚਦੀ ਹਾਂ ਕਿ ਕਿਸੇ ਘਰ ਦੇ ਵਿੱਚ ਕੌਨਫਲਿਕਟ ਨਾ ਹੋਵੇ, ਕਿਸੇ ਲੜਕੀ ਨੂੰ ਕੋਈ ਵਾਦ ਘਾਟ ਬਰਦਾਸ਼ਤ ਨਾ ਕਰਨੀ ਪਵੇ, ਉਹ ਘਰੋਂ ਬਾਹਰ ਨਿਕਲੇ ਤੇ ਬੜੇ ਮਾਣ ਨਾਲ ਨਿਕਲੇ, ਉਹਨੂੰ ਹੋਵੇ ਕਿ ਮੈਨੂੰ ਕੋਈ ਪਰਵਾਹ ਨਹੀਂ ਹੈ, ਜਿਵੇਂ ਮੁੰਡਾ ਨਿਕਲਦਾ ਹੈ, ਬਰਾਬਰਤਾ ਦਾ, ਨਾ ਅੱਗੇ ਹੋਣ ਦਾ ਨਾ ਪਿੱਛੇ ਹੋਣ ਦਾ, ਬਰਾਬਰਤਾ ਦਾ ਹੋਵੇ। ਲੜਕੀ ਜਿਹੜੀ ਹੈ ਉਹ ਲੜਕੀ ਨਾ ਹੋਵੇ, ਇੱਕ ਇਨਸਾਨ ਵਜੋਂ ਲਈ ਜਾਵੇ। ਇਸੇ ਤਰ੍ਹਾਂ ਹੀ ਜਿਵੇਂ ਮੈਂ ਹੁਣ ਇੱਕ ਰਾਈਟਰ ਹਾਂ, ਮੈਂ ਲੇਖਕ ਵੀ ਹਾਂ, ਅਤੇ ਮੈਂ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਹੈ ਉਹਦਾ ਐਕਸਚੇਂਜ ਹੋਵੇ। ਅਸੀਂ ਗੁਰਮੁਖੀ ਦੇ ਵਿੱਚ ਲਿਖਦੇ ਹਾਂ, ਇੱਧਰ ਜਿਹੜਾ ਹੈ ਉਹ ਸ਼ਾਹਮੁਖੀ 'ਚ ਲਿਖਿਆ ਜਾਂਦਾ। ਮੈਨੂੰ ਇਹ ਗੱਲ ਬੜੀ ਅੱਛੀ ਲੱਗੀ ਕਿ ਆਸ਼ਿਕ ਰਹੀਲ ਹੁਣਾਂ ਨਾਲ ਆਪਣੀ ਮੁਲਾਕਾਤ ਹੋਈ, ਉੱਥੇ ਅਦਬੀ ਮਹਿਫਲ ਦੇ ਵਿੱਚ ਆਪਾਂ ਗਏ ਹਾਂ, ਅਤੇ ਉਹਨਾਂ ਨੇ ਉਹ ਕਹਿ ਰਹੇ ਸਨ ਕਿ ਮੈਂ ਤੁਹਾਡੀਆਂ 2 ਕਹਾਣੀਆਂ ਪੜ੍ਹੀਆਂ, ਉਹਨਾਂ ਨੂੰ ਅੱਛੀਆਂ ਵੀ ਲੱਗੀਆਂ, ਉਹ ਕਹਿ ਰਹੇ ਨੇ ਕਿ ਮੈਂ ਇਹਨਾਂ ਨੂੰ ਟਰਾਂਸਲੇਟ ਕਰੂੰਗਾ। ਮੈਨੂੰ ਲੱਗਦਾ ਕਿ ਆਪਾਂ ਨੂੰ ਦੋਨੋਂ ਪਾਸਿਆਂ ਦੇ ਜਿਹੜੇ ਅਦੀਬ ਨੇ, ਸਾਹਿਤਕਾਰ ਨੇ, ਉਹਨਾਂ ਨੂੰ ਰਲ ਕੇ ਇਸ ਕੰਮ ਨੂੰ ਹੋਰ ਜ਼ਿਆਦਾ ਕਰਨਾ ਚਾਹੀਦਾ। ਖਾਸ ਤੌਰ 'ਤੇ ਜਿਵੇਂ ਮੈਂ ਕੈਨੇਡਾ 'ਚ ਰਹਿ ਰਹੀ, ਉੱਥੇ ਸਾਡਾ ਇੱਕ ਸੱਭਿਆਚਾਰ ਹੈ, ਮੇਰੀਆਂ ਬਹੁਤ ਸਾਰੀਆਂ ਫਰੈਂਡਸ ਨੇ ਜਿਹੜੀਆਂ ਪਾਕਿਸਤਾਨ ਬੈਕਗਰਾਊਂਡ ਦੀਆਂ ਨੇ, ਉਹ ਉੱਥੇ ਮੇਰੀਆਂ ਕਹਾਣੀਆਂ ਪੜ੍ਹ ਨਹੀਂ ਸਕਦੀਆਂ, ਨਾ ਮੇਰੇ ਨਾਵਲ ਪੜ੍ਹ ਸਕਦੀਆਂ ਨੇ, ਪਰ ਜੇ ਅਸੀਂ ਸ਼ਾਹਮੁਖੀ 'ਚ ਕਰੀਏ, ਉੱਥੇ ਇੱਕ ਨਫੀਸਾ ਨੇ ਮੈਨੂੰ ਮਿਲ ਹੋਇਆ, ਉਹ ਕਹਿ ਰਿਹਾ ਸੀ ਕਿ ਮੈਂ ਤੁਹਾਡੀਆਂ ਟਰਾਂਸਲੇਟ ਕਰੂੰਗੀ। ਸੋ ਮੇਰਾ ਕਹਿਣ ਦਾ ਮਤਲਬ ਕਿ ਸਾਡਾ ਸਾਹਿਤ ਇੱਕ ਹੈ, ਅਤੇ ਮੈਂ ਇਹ ਗੱਲ ਮਹਿਸੂਸ ਕੀਤੀ ਹੈ ਕਿ ਇੱਧਰ ਜਿਹੜਾ ਸਾਹਿਤਕ ਰਚਨਾ ਹੈ, ਮੈਨੂੰ ਇਹ ਕਹਿੰਦੇ ਆ ਕੋਈ ਝਿਜਕ ਨਹੀਂ ਹੈ ਜਾਂ ਕੋਈ ਮੈਂ ਗੁਸਤਾਖੀ ਨਹੀਂ ਕਰ ਰਹੀ ਕਿ ਉਸ ਲੈਵਲ ਦੀ ਨਹੀਂ ਹੈ ਜਿਹੜੀ ਚੜ੍ਹਦੇ ਪੰਜਾਬ ਦੀ। ਇਹ ਸੱਚ ਜਿਹਦੇ 'ਚ ਝੂਠ ਨਹੀਂ ਹੈ, ਆਪਾਂ ਇਹਨੂੰ ਮਿਲਾਈਏ ਆਪਸ ਦੇ ਵਿੱਚ।
ਮਿਲਾਈਏ। ਮੈਂ ਇੱਥੇ ਆਈ ਹਾਂ ਤੇ ਕਲਿਆਣ ਸਿੰਘ ਕਲਿਆਣ ਹੁਣਾਂ ਨਾਲ ਮੁਲਾਕਾਤ ਹੋਈ ਹੈ। ਜਦੋਂ ਮੈਂ ਦੱਸਿਆ ਕਿ ਮੇਰੇ ਨਾਵਲ ਲਿਖੇ ਗਏ ਹੋਏ ਨੇ ਤਾਂ ਉਹਨਾਂ ਉਸੇ ਵੇਲੇ ਕਿਹਾ ਕਿ ਤੁਸੀਂ, ਮੈਂ ਕਿਹਾ ਜੀ ਮੇਰੇ ਸਾਇੰਸ ਫਿਕਸ਼ਨ ਤੇ ਨਾਵਲ ਨੇ। ਉਹ ਕਹਿੰਦੇ ਜੀ ਮੈਨੂੰ ਨਾਵਲ ਭੇਜੋ, ਕਿਉਂਕਿ ਸਾਨੂੰ ਇੱਥੇ ਕਲਾਸਾਂ ਵਿੱਚ ਲਗਾਉਣ ਲਈ ਆਪਣੇ ਪੰਜਾਬੀ ਪੜ੍ਹਾਉਣ ਵਾਸਤੇ ਸਾਨੂੰ ਨਾਵਲਾਂ ਦੀ ਬੜੀ ਕਮੀ ਹੈ। ਸੋ ਜੇ ਅਸੀਂ ਇੱਕ ਦੂਜੇ ਨੂੰ ਮਿਲਦੇ ਆ, ਪਤਾ ਲੱਗਦਾ ਤਾਂ ਹੀ ਅਸੀਂ ਪੰਜਾਬੀ ਬੋਲੀ ਦਾ ਅਸੀਂ ਸਿਰ ਵੀ ਉੱਚਾ ਕਰ ਸਕਦੇ ਹਾਂ ਤੇ ਮਿਆਰ ਵੀ ਉੱਚਾ ਕਰ ਸਕਦੇ ਹਾਂ। ਬਿਲਕੁਲ ਤੁਸੀਂ ਸਹੀ ਕਹਿੰਦੇ ਹੋ। ਇੱਕ ਹੋਰ ਜਿਹੜੀ ਗਾਟ ਇੱਥੇ ਹੈ, ਜਿਵੇਂ ਤਾਰਕ ਜਟਾਲਾ ਸਾਹਿਬ ਦੇ ਘਰ ਅਸੀਂ ਇੱਕ ਸ਼ਾਮ ਗੁਜ਼ਾਰੀ ਸਾਰੇ ਦੋਸਤਾਂ ਨੇ, ਉਹਦੇ ਨਾਲ ਪੰਜਾਬੀ ਐਕਟਿਵਿਜ਼ਮ ਦੇ ਨਾਲ ਜਿਹੜੇ ਜੁੜੇ ਲੋਕ ਹਨ ਉਹ ਜ਼ਿਆਦਾ ਲੋਕ ਸਨ। ਇਸ ਤਰੀਕੇ ਦਾ ਸਾਨੂੰ ਐਕਟਿਵਿਜ਼ਮ ਜਿਹੜੀ ਹੈ ਪੰਜਾਬੀ ਬੋਲੀ ਨੂੰ ਚੋਂ ਕਿ ਬਹੁਤ ਜ਼ਿਆਦਾ ਖਤਰਾ ਹੈ, ਜਿਹਨੂੰ ਇਕੱਲਾ ਲਿਟਰੇਚਰ ਨਹੀਂ ਬਚਾ ਸਕਦਾ। ਸੋ ਇਸ ਤਰੀਕੇ ਵੀ ਸਾਨੂੰ ਜਿਹੜੀਆਂ ਦੁਨੀਆ ਭਰ ਦੀਆਂ ਆਰਗੇਨਾਈਜੇਸ਼ਨਸ ਹਨ ਪੰਜਾਬੀ ਵਾਸਤੇ ਕੰਮ ਕਰਨ ਵਾਸਤੇ, ਕੀ ਕਹਿੰਦੇ ਹੋ, ਕਿਉਂਕਿ ਇੱਕ ਐਸਾ ਪਲੇਟਫਾਰਮ ਹੋਣਾ ਚਾਹੀਦਾ ਜਿਹਦੇ ਜੋ ਪੰਜਾਬੀ ਨੂੰ ਦਰਪੇਸ਼ ਮਸਾਇਲ ਹਨ, ਜੋ ਸਾਹਮਣੇ ਪੰਜਾਬੀ ਨੂੰ ਲੋੜਾਂ ਹਨ, ਉਹ ਸਾਰੇ ਮਿਲ ਕੇ ਉਹ ਇੱਕ ਗਲੋਬਲਾਈਜੇਸ਼ਨ ਦੇ ਅੰਦਰ ਦੁਨੀਆ ਭਰ ਦੇ ਅੰਦਰ ਇੱਕ ਵੱਡੀ ਆਵਾਜ਼ ਬਣਨ। ਚੜ੍ਹਦੇ ਪੰਜਾਬ ਦੇ ਵਿੱਚ ਪੰਜਾਬੀ ਤੇ ਕੰਮ ਹੋ ਰਿਹਾ, ਲਹਿੰਦੇ ਪੰਜਾਬ ਦੇ ਵਿੱਚ ਤੁਹਾਡੇ ਵਰਗੇ ਪੰਜਾਬੀ ਦੇ ਸ਼ੈਦਾਈ ਜਿਹੜੇ ਨੇ ਨਾ ਉਹ ਸ਼ੁਦਾਈ ਹੋਏ ਪਏ ਆ। ਇਸੇ ਤਰ੍ਹਾਂ ਦੇ ਕੁਝ ਇੱਕ ਜਿਹੜੀ ਹੈਗੀ ਨਾ ਤੜਪ, ਉਹ ਜਿਹੜੇ ਵਿਦੇਸ਼ਾਂ 'ਚ ਵਸਦੇ ਪੰਜਾਬੀ ਨੂੰ ਉਹਨਾਂ ਦੇ ਵਿੱਚ ਵੀ ਹੈ। ਘਰਾਂ ਦੇ ਵਿੱਚ ਅਸੀਂ ਉੱਥੇ ਆਪਣੇ ਇਹੋ ਜਿਹੇ ਪ੍ਰਬੰਧ ਕਰ ਲੈਂਦੇ ਹਾਂ, ਕਈ ਜਗ੍ਹਾ ਦੇ ਉੱਪਰ ਕਮਰਾ ਕਿਰਾਏ 'ਤੇ ਲੈਂਦੇ ਹਾਂ, ਅਸੀਂ ਬੱਚੇ ਨੂੰ ਮੁਫਤ ਪੰਜਾਬੀ ਪੜ੍ਹਾਉਂਦੇ ਹਾਂ ਕਿ ਤਾਂ ਜੋ ਸਾਡੇ ਬੱਚੇ ਪੰਜਾਬੀ ਤੋਂ ਵਿਰਵੇ ਨਾ ਰਹਿਣ। ਉਹ ਬੋਲਣ ਤੇ ਲੱਗ ਜਾਂਦੇ ਨੇ ਪਰ ਪੰਜਾਬੀ ਪੜ੍ਹਨੀ, ਤੇ ਮੈਂ ਸੋਚਦੀ ਹੁੰਦੀ ਹਾਂ ਕਿ ਪੜ੍ਹਨਾ ਹੀ ਨਿਰਾ ਨਹੀਂ ਹੈ, ਜਿੰਨਾ ਚਿਰ ਤੱਕ ਪੜ੍ਹਿਆ ਲਿਖਿਆਂ ਦੇ ਵਿੱਚੋਂ ਪੰਜਾਬੀ ਜਾਣਨ ਵਾਲਿਆਂ ਦੇ ਵਿੱਚੋਂ ਕੁਝ ਉੱਥੋਂ ਦੇ ਰਹਿਣ ਵਾਲੇ, ਉੱਥੋਂ ਦੇ ਜੰਮਪਲ ਗੁਰਮੁਖੀ ਜਾਂ ਸ਼ਾਹਮੁਖੀ ਦੇ ਵਿੱਚ ਪੰਜਾਬੀ ਸਾਹਿਤ ਦੀ ਨਾ ਰਚਦੇ, ਉਹਨਾਂ ਚਿਰ ਤੱਕ ਸਾਡੀਆਂ ਜੜ੍ਹਾਂ ਉੱਥੇ ਨਹੀਂ ਡੂੰਘੀਆਂ ਹੋਣਾ। ਤੇ ਇਹ ਜੜ੍ਹਾਂ ਤਾਂ ਹੀ ਡੂੰਘੀਆਂ ਹੋਣੀਆਂ ਜੇ ਅਸੀਂ ਸਾਂਝਾ ਇੱਕ ਪਲੇਟਫਾਰਮ ਪੰਜਾਬੀ ਬੋਲੀ ਦਾ ਬਣਾਈਏ, ਵਰਲਡ ਲੈਵਲ ਦਾ ਹੋਵੇ। ਉਸ ਵਰਲਡ ਲੈਵਲ ਦੇ ਵਿੱਚ ਚੜ੍ਹਦੇ ਲਹਿੰਦੇ ਤੇ ਵਿਦੇਸ਼ਾਂ ਵਿੱਚ ਵਸਦੇ, ਕਿਉਂਕਿ ਪੰਜਾਬ ਬਹੁਤ ਨੇ। ਕੈਨੇਡਾ 'ਚ ਇੱਕ ਪੰਜਾਬ ਵਸ ਰਿਹਾ, ਅਮਰੀਕਾ 'ਚ ਇੱਕ ਪੰਜਾਬ ਹੈ, 5-6 ਪੰਜਾਬ ਨੇ, ਤੇ ਉਹ ਪੰਜਾਬੀ ਦੇ ਬੜੇ ਬਹੁਤ ਹਿਤੈਸ਼ੀ ਨੇ। ਜਿਵੇਂ ਸਾਡੇ ਉੱਥੇ ਸਰੀ ਦੇ ਵਿੱਚ ਸੁਖੀ ਬਾਠ ਨੇ, ਉਹ ਪੰਜਾਬੀ ਦੀ ਕਾਨਫਰੰਸ ਕਰਾਉਂਦੇ ਨੇ, ਬਹੁਤ ਮਤਲਬ ਯਤਨ ਬਹੁਤ ਕਰਦੇ ਨੇ, ਪਰ ਉਹਨਾਂ ਯਤਨਾਂ ਦੇ ਵਿੱਚੋਂ ਕਦੀ ਕਦੀ ਮੈਨੂੰ ਸਾਰਥਿਕਤਾ ਘੱਟ ਝਲਕਦੀ ਹੈ। ਇੰਝ ਲੱਗਦਾ ਹੁੰਦਾ ਕਿ ਜਸਟ ਅਸੀਂ ਜਿਵੇਂ ਹੁੰਦਾ ਨਾ ਇੱਕ ਬੂਟਾ ਹੈ, ਉਹ 5-7 ਸਾਲ ਦਾ ਹੋਇਆ, ਉਹਨੂੰ ਖੁਣ ਕੇ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਈਏ, ਨਵੀਂ ਪਨੀਰੀ ਨਹੀਂ ਲਾਈ ਜਾ ਰਹੀ। ਅਸੀਂ ਬਾਹਰਲੇ ਸ਼ਾਇਰਾਂ ਨੂੰ ਬੁਲਾ ਰਹੇ ਹਾਂ, ਬਾਹਰਲੇ ਸ਼ਾਇਰ ਆਏ, ਉਹਨਾਂ ਨੇ ਆਪਣੀ ਸ਼ਾਇਰੀ ਸੁਣਾ ਦਿੱਤੀ, ਉਹਨਾਂ ਨੇ ਆਪਣਾ ਪੇਪਰ ਪੜ੍ਹ ਦਿੱਤੇ। ਉਹ ਪੇਪਰ ਵੀ ਉਹਨਾਂ ਵਿਸ਼ਿਆਂ 'ਤੇ ਪੜ੍ਹੇ ਜਿਹੜੇ ਕਿ ਆਲਰੇਡੀ ਐਗਜ਼ਿਸਟ ਕਰ ਰਹੇ ਨੇ। ਭਵਿੱਖ 'ਚ ਕੀ ਹੋਣਾ ਚਾਹੀਦਾ, ਪਰਚਾ ਇਹਦੇ 'ਤੇ ਪੜ੍ਹਿਆ ਜਾਣਾ ਚਾਹੀਦਾ। ਇਹ ਪਨੀਰੀ ਤਾਂ ਹੀ ਲੱਗਣੀ ਹੈ ਜੇ ਸਾਰੇ ਇਹਦੇ ਵਿੱਚ ਰਲ ਕੇ ਇਹ ਸੋਚਣ ਕਿ ਅਸੀਂ ਅਗਾਂਹ ਕੀ ਕਰਨਾ। ਜਿਵੇਂ ਬਹੁਤ ਸਾਰਾ ਕੰਮ ਹੋਇਆ ਸਾਡੇ ਉੱਤੇ BC ਦੇ ਵਿੱਚ ਖਾਸ ਤੌਰ 'ਤੇ ਕਿ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਲੈਂਗੁਏਜ ਦਾ ਡਿਪਾਰਟਮੈਂਟ ਹੈ, ਉੱਥੇ ਪੰਜਾਬੀ ਪੜ੍ਹਾਈ ਜਾਂਦੀ ਹੈ, ਪਰ ਬੇਸਿਕ ਲੈਵਲ ਤੇ ਰੂਟ ਲੈਵਲ ਦੇ ਉੱਪਰ ਪੰਜਾਬੀ ਜਿਹੜੀ ਹੈ, ਚਾਹੇ ਸਾਨੂੰ ਨਿੱਜੀ ਤੌਰ ਤੇ ਯਤਨ ਕਰਨੇ ਪੈਣ, ਚਾਹੇ ਸਰਕਾਰੀ ਤੌਰ ਤੇ ਕਰਨੇ ਪੈਣ, ਇਹ ਯਤਨ ਕਰਨੇ ਪੈਣੇ ਨੇ ਕਿ ਜਿਤਨਾ ਪੰਜਾਬੀਆਂ ਨੇ ਬਾਹਰ ਜਾ ਕੇ ਆਰਥਿਕ ਤੌਰ ਤੇ, ਫਾਈਨੈਂਸ਼ੀਅਲ ਤੌਰ ਤੇ ਡੁਗਡਗੀ ਵਜਾਈ ਹੈ ਨਾ, ਉਸ ਤਰ੍ਹਾਂ ਬੋਲੀ ਦੇ ਤੌਰ ਤੇ ਡੁਗਡਗੀ ਅਜੇ ਨਹੀਂ ਵੱਜੀ, ਉਹ ਵਜਾਉਣੀ ਪੈਣੀ। ਲਓ ਜੀ, ਐਸੀ ਕੁਝ ਬੁਨਿਆਦੀ ਗੱਲਾਂ ਜਿਹੜਾ ਇਹਨਾਂ ਦਾ ਇੱਥੇ ਵਿਜ਼ਿਟ ਹੋਇਆ ਉਸ ਦੇ ਬਾਰੇ, ਔਰ ਗੱਲਾਂ ਜ਼ਹਿਰੀ ਜੀ ਗੱਲ ਵਿਜ਼ਿਟ ਹੋਇਆ ਹੈ ਤੇ ਅੱਗੇ ਇਹਦੇ 'ਚ ਨਵੀਆਂ ਰਾਹਾਂ ਨਿਕਲਣਗੀਆਂ, ਔਰ ਉਹਦੇ ਵਿੱਚ ਪੰਜਾਬੀ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖੋਗੇ, ਉਹ ਨਾ ਸਿਰਫ ਦੇਖੋਗੇ ਬਲਕਿ ਹੁੰਦੀਆਂ ਹੋਈਆਂ ਵੇਖੋਗੇ। ਸੋ ਦਿਓ ਇਜਾਜ਼ਤ, ਔਰ ਖਾਸ ਕਰ ਪੰਜਾਬੀ ਮੁੱਦੇ ਤੇ ਔਰ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਉਹਦੇ ਤੇ ਬੈਨ ਜੀ ਹੋਰਾਂ ਨਾਲ ਗੱਲ ਹੋਏਗੀ, ਇਹ ਵੀ ਲਾਜ਼ਮੀ ਵੇਖਿਓ।